ਗੱਲ ਕਰੀਏ ਤੁਸੀਂ ਬੀਜੇਪੀ ਦੇ ਅਹੁਦੇ ਤੋਂ ਰਹੇ ਹੋ, ਮਹਿਲਾ ਇੰਚਾਰਜ ਸੀ, ਇਹ ਜੀ ਕਿਹੜੀ ਨਾਰਾਜ਼ਗੀ ਹੋਗੀ ਕਿ ਤੁਸੀਂ ਉਹਨੂੰ ਛੱਡ ਕੇ ਅਸਤੀਫਾ ਦੇ ਕੇ ਉਰੇ ਪਹੁੰਚੇ ਹੋ? तो मेरा मकसद किसी राजनीति करना ही नहीं, सिर्फ लोगों की सेवा करना सीगा ते जिथे लोगों नाल धक्का हो रहा तो उत्थे मैनूं किसी पार्टी ते अहुदे ते रहना वधिया नहीं लगदा। ਤੇ ਅਸੀਂ ਹਰ ਥਾਂ ਤੇ ਉੱਥੇ ਸਕੀਰੀਆ ਵੀ ਰਹੇ ਹਾਂ ਬੀਜੇਪੀ ਦੀ ਔਰ ਤੋਂ, ਪਰ ਹੁਣ ਜਿੱਥੇ ਗੱਲ ਜ਼ਮੀਰ ਦੀ ਆ ਗਈ ਉੱਥੇ ਅਸੀਂ ਪਰਵਾਹ ਨਹੀਂ ਕਰ ਰਹੇ ਕਿ ਉਹਨਾਂ ਦਾ ਅੱਗੇ ਆਊਟਪੁੱਟ ਕੀ ਨਿਕਲੇਗਾ ਜਾਂ ਲੋਕਾਂ ਦੀ ਅੱਗੇ ਕੀ ਪ੍ਰਤੀਕਿਰਿਆ ਰਹਿੰਦੀ ਹੈ। ਭਾਵੇਂ ਸਾਰੇ ਖਿਲਾਫ ਹੋ ਜਾਣ, ਭਾਵੇਂ ਸਾਰੀ ਬੀਜੇਪੀ ਖਿਲਾਫ ਹੋ ਜੇ, ਸਾਨੂੰ ਇਸ ਚੀਜ਼ ਨਾਲ ਕੋਈ ਪਰਵਾਹ ਨਹੀਂ। ਤੇ ਅੱਜ ਤੋਂ ਬਾਅਦ ਮੈਂ ਜਦੋਂ ਤੋਂ ਮੈਨੂੰ ਸਾਰੀਆਂ ਸਰਕਾਰ ਦੀਆਂ ਨੀਤੀਆਂ ਸਮਝ ਆਈਆਂ ਤੇ ਮੈਂ ਸਹੁੰ ਖਾਧੀ ਆ ਕਿ ਮੈਂ ਮੇਰੀ ਪੂਰੀ ਜ਼ਿੰਦਗੀ 'ਚ ਸਪੋਰਟ ਦਾ ਕਿ ਮੈਂ ਕਦੇ ਵੋਟ ਵੀ ਨਹੀਂ ਦਊਂਗੀ ਬੀਜੇਪੀ। ਉਹਦਾ ਛੱਡਿਆ ਹੈ ਤੁਹਾਡੇ ਮਿਸਿਸ ਬੀਜੇਪੀ ਦਾ, ਥੋੜੇ ਨਹੀਂ ਰੋਕਿਆ ਕਿ ਉੱਚ ਅਹੁਦੇ 'ਤੇ ਹੋ, ਜ਼ਿੰਮੇਵਾਰੀ ਪਾਰਟੀ ਨੇ ਸੌਂਪੀ ਹੋਈ ਹੈ, ਅਜਿਹੇ ਜਿਹੜੇ ਜ਼ਿੰਮੇਵਾਰੀਆਂ ਕਿਸੇ ਨੂੰ ਪਾਰਟੀ ਦਿੰਦੀ ਹੈ ਤੇ ਨਹੀਂ ਤਕਲੀਫ ਨਹੀਂ ਹੋਈ ਕਿ ਨਾ ਛੱਡੋ? ਮੈਂ ਜ਼ਮੀਰ ਨੂੰ ਬਹੁਤ ਜ਼ਿਆਦਾ ਉੱਚਾ ਸਮਝਦਾ। ਅੱਜ ਕਿਸਾਨ ਹੈ ਕਿ ਕਿਸਾਨ ਹੀ ਨਾ ਰਹੂਗਾ ਤਾਂ ਕੀ ਜ਼ਿੰਮੇਵਾਰੀਆਂ ਤੇ ਕੀ ਕਰਾਂਗੇ ਆਪਾਂ ਉਸ ਚੀਜ਼ ਦਾ। ਉੱਥੇ ਇੱਕ ਕਿਸਾਨ ਨੇ ਪਹਿਲਾਂ ਇੱਕ ਕੰਪਨੀ ਨਾਲ ਕੰਟਰੈਕਟ ਕਰਕੇ ਐਸੇ ਹੀ ਤਰ੍ਹਾਂ ਦਾ ਜਿੱਦਾਂ ਦਾ ਹੁਣ ਸਰਕਾਰ ਲੈ ਕੇ ਆਈ ਹੈ ਪ੍ਰੋਜੈਕਟ, ਉੱਦਾਂ ਦਾ ਉੱਥੇ ਹੋ ਚੁੱਕਿਆ ਹੈ। ਅੱਜ ਉਹ ਕਿਸਾਨ ਜਿਹੜਾ 2-3 ਮਰੱਬਿਆਂ ਦਾ ਮਾਲਕ ਸੀਗਾ ਅੱਜ ਖੂਨ ਦੇ ਅਥਰੂ ਰੋ ਰਿਹਾ ਕਿਉਂਕਿ ਕੰਟਰੈਕਟ ਕਰਕੇ ਕੰਪਨੀ ਲੋਨ ਲੈ ਕੇ ਫਰਾਰ ਹੋ ਗਈ, ਕਿਸਾਨ ਰੋਣ ਜੋਗਾ ਰਹਿ ਗਿਆ। ਸਰਕਾਰ ਪਰ ਮੈਂ ਜ਼ਿਆਦਾ ਕਹਿ ਰਹੀ ਹਾਂ ਕਿ ਤਾਨਾਸ਼ਾਹੀ ਨਹੀਂ, ਇਹ ਇੱਕ ਕਾਇਰ ਸਰਕਾਰ ਆ ਕਿਉਂਕਿ ਇਹ ਜਿਹੜੀਆਂ ਗਿੱਦੜ ਧਮਕੀਆਂ ਜਾਂ ਇਹ ਡਰਨ ਵਾਲੇ ਕੰਮ ਕਾਇਰਾਂ ਦੇ ਹੁੰਦੇ ਆ ਕਿਉਂਕਿ ਗੋਦੀ ਮੀਡੀਆ ਉੱਥੇ ਨਿਊਜ਼ ਚਲਾ ਰਿਹਾ ਜੀ ਤੇ ਸੜਕਾਂ ਦੇ ਕਿੱਲਾਂ ਲਾ ਦਿੱਤੀਆਂ ਗਈਆਂ, ਉੱਥੇ ਤਾਂ ਪੱਥਰਬਾਜ਼ੀ ਹੋ ਰਹੀ ਹੈ, ਲੋਕਲ ਜਨਤਾ ਜਾਗ ਚੁੱਕੀ ਹੈ, ਹੁਣ ਉੱਥੋਂ ਕਿਸਾਨਾਂ ਨੂੰ ਖਦੇੜੂਗੀ, ਟੈਂਟ ਪੱਟੇ ਜਾ ਰਹੇ ਆ, ਇਹ ਚੀਜ਼ਾਂ ਸਿਰਫ ਇੱਕ ਕਾਇਰ ਬੰਦਾ ਕਰ ਸਕਦਾ। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ। ਇਸ ਵਕਤ ਟਿੱਕਰੀ ਬਾਰਡਰ ਤੇ ਖੜੇ ਹਾਂ ਤੇ ਮੇਰੇ ਨਾਲ ਮੇਰੀ ਭੈਣ ਹਨੂਮਾਨਗੜ੍ਹ ਤੋਂ ਰਾਜਸਥਾਨ ਤੋਂ ਇੱਥੇ ਟਿੱਕਰੀ ਪਹੁੰਚੇ ਨੇ। ਮੈਂ ਤੁਹਾਨੂੰ ਦੱਸ ਦਵਾਂ ਕਿ ਬੀਜੇਪੀ ਦੇ ਹਨੂਮਾਨਗੜ੍ਹ ਸਿਟੀ ਦੇ ਜਿਹੜੇ ਮਹਿਲਾ ਵਿੰਗ ਦੇ ਪ੍ਰੈਜ਼ੀਡੈਂਟ ਸੀਗੇ ਤੇ ਅਸਤੀਫਾ ਦੇ ਕੇ ਇਸ ਅੰਦੋਲਨ 'ਚ ਆਏ ਨੇ। ਅਸਤੀਫਾ ਦੇਣ ਦਾ ਕਾਰਨ ਕੀ ਹੈ, ਇੱਥੇ ਪਹੁੰਚਣ ਦਾ ਕੀ ਮਕਸਦ ਹੈ, ਇਹਨਾਂ ਸਾਰੀਆਂ ਗੱਲਾਂ ਦੇ ਸਵਾਲ ਇਹਨਾਂ ਤੋਂ ਪੁੱਛਦੇ ਹਾਂ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ। ਧੰਨਵਾਦ ਜੀ। ਤੁਸੀਂ ਰਾਜਸਥਾਨ ਤੋਂ ਇੱਥੇ ਆਏ ਹੋ, ਰਾਜਸਥਾਨ ਵੀ ਇੱਕ ਮੋਰਚਾ ਲੱਗਿਆ ਹੋਇਆ ਹੈ, ਉਹ ਮੋਰਚੇ ਤੇ ਕਿਉਂ ਨਹੀਂ ਗਏ, ਟਿੱਕਰੀ ਮੋਰਚੇ ਤੇ ਕਿਉਂ ਆਏ? ਐਕਚੁਅਲੀ ਵੈਸੇ ਤਾਂ ਅਸੀਂ ਇਹੋ ਹੀ ਸੋਚ ਕੇ ਆਏ ਸੀ ਕਿ ਅਸੀਂ ਜਿੰਨਾ ਵੀ ਸਾਡੇ ਤੋਂ ਸਮਾਂ ਨਿਕਲਿਆ ਅਸੀਂ ਸਾਰੇ ਬਾਰਡਰਾਂ ਤੇ ਆਪਦੀ ਹਾਜ਼ਰੀ ਜ਼ਰੂਰ ਦੇਵਾਂਗੇ ਤੇ ਅਸੀਂ ਸ਼ੁਰੂਆਤ ਇਸ ਬਾਰਡਰ ਤੋਂ ਕੀਤੀ ਹੈ। ਮੈਂ ਇਹਨਾਂ ਦਾ ਜੇ ਇੰਟਰੋਡਕਸ਼ਨ ਦੇਵਾਂ, ਮੈਂ ਤੁਹਾਨੂੰ ਦੱਸ ਦੇਵਾਂ, ਇਹਨਾਂ ਦਾ ਨਾਮ ਰਾਣੀ ਚਾਹਲ ਇਹਨਾਂ ਦਾ ਨਾਮ ਹੈ। ਰਾਣੀ ਜੀ, ਜੇ ਗੱਲ ਕਰੀਏ ਤੁਸੀਂ ਬੀਜੇਪੀ ਦੇ ਅਹੁਦੇ ਤੋਂ ਰਹੇ ਹੋ, ਮਹਿਲਾ ਇੰਚਾਰਜ ਸੀ, ਇਹ ਜੀ ਕਿਹੜੀ ਨਾਰਾਜ਼ਗੀ ਹੋਗੀ ਕਿ ਤੁਸੀਂ ਉਹਨੂੰ ਛੱਡ ਕੇ ਅਸਤੀਫਾ ਦੇ ਕੇ ਉਰੇ ਪਹੁੰਚੇ ਹੋ? ਐਕਚੁਅਲੀ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਕਿਸਾਨਾਂ ਦੇ ਜਵਾਕ ਹਾਂ। ਸਾਡੇ ਲਈ ਜਿਹੜੀ ਚੀਜ਼ ਸਾਡੇ ਮਾਂ ਪਿਓ ਨੇ ਕਿਸਾਨੀ ਕਰਕੇ ਸਾਨੂੰ ਇਹਨਾਂ ਲੈਵਲਾਂ ਤੱਕ ਪਹੁੰਚਾਇਆ, ਸਾਨੂੰ ਪੜ੍ਹਾਇਆ ਲਿਖਾਇਆ, ਉਹ ਸਿਰਫ ਕਿਸਾਨੀ ਕਰਕੇ ਆ। ਅਗਰ ਉਹਨਾਂ ਦੀ ਕਿਸਾਨੀ ਹੀ ਖੋਈ ਜਾ ਰਹੀ ਹੈ ਤਾਂ ਫਿਰ ਪਾਰਟੀਆਂ ਤਾਂ ਬਹੁਤ ਬਾਅਦ 'ਚ ਆਉਂਦੀਆਂ ਜੀ। ਤੇ ਸਭ ਤੋਂ ਵੱਡੀ ਗੱਲ ਮੈਂ ਸੋਸ਼ਲ ਵਰਕਰ ਰਹੀ ਹਾਂ ਤੇ ਸ਼ੁਰੂ ਤੋਂ ਮੇਰਾ ਮਕਸਦ ਕਿਸੇ ਰਾਜਨੀਤੀ ਕਰਨਾ ਹੀ ਨਹੀਂ, ਸਿਰਫ ਲੋਕਾਂ ਦੀ ਸੇਵਾ ਕਰਨਾ ਸੀਗਾ ਤੇ ਜਿੱਥੇ ਲੋਕਾਂ ਨਾਲ ਧੱਕਾ ਹੋ ਰਿਹਾ ਤਾਂ ਉੱਥੇ ਮੈਨੂੰ ਕਿਸੇ ਪਾਰਟੀ ਤੇ ਅਹੁਦੇ ਤੇ ਰਹਿਣਾ ਵਧੀਆ ਨਹੀਂ ਲੱਗਦਾ। ਜਦੋਂ ਪਾਰਟੀ ਦਾ ਉਹਦਾ ਛੱਡ ਦਿੰਦੇ ਹੋ, ਪ੍ਰੈਸ਼ਰ ਵੀ ਹੁੰਦਾ ਹੋਊਗਾ, ਜਿਹੜੇ ਉੱਥੇ ਸੀਨੀਅਰ ਆਗੂ ਨੇ ਉਹ ਤੁਹਾਨੂੰ ਦੁਬਾਰਾ ਜੁਆਇਨ ਕਰਨ ਲਈ ਵੀ ਕਹਿੰਦੇ ਹੋਣਗੇ ਜਾਂ ਇਹ ਵੀ ਕਹਿੰਦੇ ਹੋਣਗੇ ਕਿ ਅਜਿਹਾ ਕਦਮ ਨਾ ਚੱਕੋ, ਕੋਈ ਹੁੰਦੀ ਹੈ ਅਜਿਹੀ ਵਾਰਤਾ? ਬਿਲਕੁਲ ਸਰ, ਅਸੀਂ ਬਹੁਤ ਲੰਬੇ ਟਾਈਮ ਤੋਂ ਮੇਰਾ ਪੂਰਾ ਪਰਿਵਾਰ ਬੀਜੇਪੀ ਨਾਲ ਜੁੜੇ ਹੋਏ ਆ ਤੇ ਅਸੀਂ ਹਰ ਥਾਂ ਤੇ ਉੱਥੇ ਸਕੀਰੀਆ ਵੀ ਰਹੇ ਹਾਂ ਬੀਜੇਪੀ ਦੀ ਔਰ ਤੋਂ, ਪਰ ਹੁਣ ਜਿੱਥੇ ਗੱਲ ਜ਼ਮੀਰ ਦੀ ਆ ਗਈ ਉੱਥੇ ਅਸੀਂ ਪਰਵਾਹ ਨਹੀਂ ਕਰ ਰਹੇ ਕਿ ਉਹਨਾਂ ਦਾ ਅੱਗੇ ਆਊਟਪੁੱਟ ਕੀ ਨਿਕਲੇਗਾ ਜਾਂ ਲੋਕਾਂ ਦੀ ਅੱਗੇ ਕੀ ਪ੍ਰਤੀਕਿਰਿਆ ਰਹਿੰਦੀ ਹੈ। ਭਾਵੇਂ ਸਾਰੇ ਖਿਲਾਫ ਹੋ ਜਾਣ, ਭਾਵੇਂ ਸਾਰੀ ਬੀਜੇਪੀ ਖਿਲਾਫ ਹੋ ਜੇ, ਸਾਨੂੰ ਇਸ ਚੀਜ਼ ਨਾਲ ਕੋਈ ਪਰਵਾਹ ਨਹੀਂ। ਮੌਕੇ ਤੇ ਅਸੀਂ ਹੱਕਾਂ ਲਈ ਖੜੇ ਹਾਂ ਤੇ ਹੱਕਾਂ ਲਈ ਖੜੇ ਰਵਾਂਗੇ ਤੇ ਅੱਜ ਤੋਂ ਬਾਅਦ ਮੈਂ ਜਦੋਂ ਤੋਂ ਮੈਨੂੰ ਸਾਰੀਆਂ ਸਰਕਾਰ ਦੀਆਂ ਨੀਤੀਆਂ ਸਮਝ ਆਈਆਂ ਤੇ ਮੈਂ ਸਹੁੰ ਖਾਧੀ ਆ ਕਿ ਮੈਂ ਮੇਰੀ ਪੂਰੀ ਜ਼ਿੰਦਗੀ 'ਚ ਸਪੋਰਟ ਦਾ ਕਿ ਮੈਂ ਕਦੇ ਵੋਟ ਵੀ ਨਹੀਂ ਦਊਂਗੀ ਬੀਜੇਪੀ। ਮੇਰਾ ਸਵਾਲ ਇਹੀ ਸੀ ਕਿ ਪੂਰਨ ਤੌਰ ਤੇ ਬੀਜੇਪੀ ਤੇ ਕਾਟਾ ਮਾਰ ਕੇ ਆਏ ਹੋ ਜਾਂ ਫਿਰ ਇਹ ਅੰਦੋਲਨ ਜਦੋਂ ਤੱਕ ਚੱਲੂਗਾ ਉਦੋਂ ਤੱਕ? ਬਿਲਕੁਲ ਨਹੀਂ ਸਰ, ਐਕਚੁਅਲੀ ਮੈਂ ਪਹਿਲਾਂ ਤੋਂ 84 ਦੀਆਂ ਚੀਜ਼ਾਂ ਤੇ ਕੁਝ ਹੋਰ ਚੀਜ਼ਾਂ ਨੂੰ ਲੈ ਕੇ ਕਾਂਗਰਸ ਦੇ ਬਹੁਤ ਖਿਲਾਫ ਸੀ, ਜਿਹਦਾ ਇੱਕ ਕਾਰਨ ਬੀਜੇਪੀ ਨਾਲ ਝੁਕਾਅ ਦਾ ਇਹ ਵੀ ਸੀਗਾ ਤੇ ਹੁਣ ਮੇਰਾ ਸੇਮ ਹੀ ਬੀਜੇਪੀ ਨਾਲ ਹੈ ਕਿ ਜਿਹੜੀ ਸਰਕਾਰ ਐਕਚੁਅਲੀ ਬਣਦੀ ਹੀ ਲੋਕ ਬਣਾਉਂਦੇ ਆ ਉਹਨਾਂ ਨੂੰ ਤੇ ਬਾਅਦ 'ਚ ਇਹ ਲੋਕਾਂ ਤੇ ਹੀ ਤਾਨਾਸ਼ਾਹੀਆਂ ਕਰਨੀਆਂ ਸਟਾਰਟ ਕਰ ਦਿੰਦੇ ਆ, ਤਾਂ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਹਾਂ। ਕੀ ਹੁਣ ਅਸੀਂ ਰਾਣੀ ਚਾਹਲ ਨੂੰ ਕਿਸੇ ਹੋਰ ਪਾਰਟੀ ਦੇ ਵਿੱਚ ਦੇਖਾਂਗੇ?
ਬਿਲਕੁਲ ਨਹੀਂ ਸਰ, ਫਿਲਹਾਲ ਮੇਰਾ ਇਹੋ ਦਾ ਕੋਈ ਵੀ ਮਕਸਦ ਹੈ ਨਹੀਂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਂ ਸੋਸ਼ਲ ਵਰਕਰ ਹਾਂ, ਮੈਂ NGO ਨਾਲ ਜੁੜੀ ਹੋਈ ਹਾਂ ਤੇ ਹਮੇਸ਼ਾ ਤੋਂ ਲੋਕਾਂ ਦੀ ਸੇਵਾ ਕਰਨਾ ਹੀ ਮੇਰਾ ਮਕਸਦ ਰਿਹਾ ਤੇ ਉਹਦੇ ਲਈ ਸ਼ਾਇਦ ਕਿਸੇ ਪਾਰਟੀ ਦੀ ਜ਼ਰੂਰਤ ਨਹੀਂ ਹੈ। ਕਿਹਦੇ ਨਾਲ ਆਏ ਹੋ ਇੱਥੇ, ਕਿੰਨੇ ਜਾਣੇ ਜਿਹੜੇ ਤੁਸੀਂ ਹਨੂਮਾਨਗੜ੍ਹ ਤੋਂ ਇੱਥੇ ਟਿੱਕਰੀ ਪਹੁੰਚੇ? ਸਰ ਮੇਰੇ ਨਾਲ ਮੇਰੀ ਪੂਰੀ ਫੈਮਿਲੀ ਆਈ ਹੋਈ ਹੈ, ਹਸਬੈਂਡ ਆਏ ਆ, ਬ੍ਰਦਰ, ਮਾਸੀ ਜੀ ਹੈ, ਭਾਬੀ ਜੀ ਹੈ, ਮੇਰਾ ਭਤੀਜਾ ਜਿਹੜਾ ਵੀਰੇ ਨੂੰ 1 ਮਹੀਨਾ ਹੋ ਗਿਆ ਇੱਥੇ ਆਇਆ ਹੋਇਆ ਨੂੰ, ਤੇ ਹੋਰ ਵੀ ਬਹੁਤ ਸਾਡੇ ਰਾਜਸਥਾਨ ਤੋਂ ਨੇੜੇ ਪਿੰਡਾਂ ਦੀਆਂ ਬਹੁਤ ਟਰਾਲੀਆਂ ਆਈਆਂ ਇੱਥੇ। ਹਸਬੈਂਡ ਨੇ ਤੁਹਾਡੇ? ਹਾਂਜੀ। ਕੀ ਹਾਲ ਹੈ ਬਾਈ ਜੀ? ਵਧੀਆ ਜੀ ਵਧੀਆ। ਕੀ ਨਾਮ ਹੈ ਤੁਹਾਡਾ? ਮਨਜਿੰਦਰ ਸਿੰਘ। ਹਾਂਜੀ। ਉਹਦਾ ਛੱਡਿਆ ਇਹ ਤੁਹਾਡੇ ਮਿਸਿਸ BJP ਦਾ, ਤੁਹਾਨੇ ਨਹੀਂ ਰੋਕਿਆ ਕਿ ਉੱਚ ਅਹੁਦੇ ਤੇ ਹੋ, ਜ਼ਿੰਮੇਵਾਰੀ ਪਾਰਟੀ ਨੇ ਸੌਂਪੀ ਹੋਈ ਹੈ, ਅਜਿਹੇ ਜਿਹੜੇ ਜ਼ਿੰਮੇਵਾਰੀਆਂ ਕਿਸੇ ਕਿਸੇ ਨੂੰ ਪਾਰਟੀ ਦਿੰਦੀ ਹੈ, ਤੇ ਨਹੀਂ ਤਕਲੀਫ ਨਹੀਂ ਹੋਈ ਕਿ ਨਾ ਛੱਡੋ? ਨਹੀਂ, ਜ਼ਿੰਮੇਵਾਰੀ ਦੀ ਗੱਲ ਨਹੀਂ, ਜਿੱਥੇ ਜ਼ਮੀਰ ਦੀ ਗੱਲ ਹੁੰਦੀ ਹੈ ਜੀ ਉੱਥੇ ਜ਼ਿੰਮੇਵਾਰੀਆਂ ਤੋਂ ਮੈਂ ਜ਼ਮੀਰ ਨੂੰ ਬਹੁਤ ਜ਼ਿਆਦਾ ਉੱਚਾ ਸਮਝਦਾ। ਅੱਜ ਕਿਸਾਨ ਹੈ ਕਿ ਕਿਸਾਨ ਹੀ ਨਾ ਰਹੂਗਾ ਤਾਂ ਕੀ ਜ਼ਿੰਮੇਵਾਰੀਆਂ ਤੇ ਕੀ ਕਰਾਂਗੇ ਆਪਾਂ ਉਸ ਚੀਜ਼ ਦਾ। ਮੈਡਮ ਜੇ ਮੈਂ ਤੁਹਾਡੀ ਐਜੂਕੇਸ਼ਨ ਦੀ ਗੱਲ ਕਰਾਂ, ਆਪਣੀ ਐਜੂਕੇਸ਼ਨ ਬਾਰੇ ਵੀ ਦੱਸੋ। ਸਰ ਮੈਂ BA LLB ਕੀਤੀ ਹੋਈ ਹੈ ਮੇਰੀ, ਤੇ ਮੈਂ ਹੁਣ ਬੈਰੀਸਟਰ ਕਰਨ ਲੰਡਨ ਜਾ ਰਹੀ ਹਾਂ ਤੇ ਲੋਅਰ ਹਾਂ ਮੈਂ ਪੇਸ਼ੈਂਟ। ਜਿਹੜੀ BA LLB ਕੀਤੀ ਹੈ ਉਹ ਉਰੋਂ ਹੀ ਕੀਤੀ ਹੈ ਜਾਂ ਉਹ ਵੀ ਅਬਰੋਡ ਤੋਂ ਕਰੀ ਹੈ? ਨਹੀਂ ਸਰ, ਉਹ ਮੈਂ ਹਨੂਮਾਨਗੜ੍ਹ ਤੋਂ ਹੀ ਕੀਤੀ ਹੈ ਜੀ। ਤੁਸੀਂ ਤਾਂ ਫਿਰ ਇਹਨਾਂ ਕਾਨੂੰਨਾਂ ਨੂੰ ਜਿਹੜਾ ਬਿਹਤਰ ਸਮਝਦੇ ਹੋਵੋਗੇ, ਕੀ ਜਿਹੜੀਆਂ ਖਾਮੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ? ਤੁਸੀਂ ਖੇਤੀ ਵੀ ਕਰਦੇ ਹੋ ਜਾਂ ਫਿਰ ਸਿਰਫ ਸਟੱਡੀ ਕਰਦੇ ਹੋ? ਸਰ ਮੈਂ ਵੈਸੇ ਮੇਰੀ ਲਗਭਗ ਸਟੱਡੀ ਹੋਸਟਲ ਤੋਂ ਹੋਈ ਹੈ ਤੇ ਮੈਂ ਜ਼ਿਆਦਾ ਸਟੱਡੀ ਨਾਲ ਹੀ ਜੁੜੀ ਹੋਈ ਹਾਂ, ਪਰ ਜਿੱਥੋਂ ਤੱਕ ਕਾਨੂੰਨਾਂ ਦੀ ਗੱਲ ਹੈ ਤਾਂ ਉੱਥੋਂ ਤੱਕ ਵੀ ਕਾਨੂੰਨਾਂ ਦਾ ਸਭ ਤੋਂ ਵੱਡੀ ਜਿਹੜੀ ਗੱਲ ਹੈ, ਇਹਨਾਂ ਨੇ ਕਾਨੂੰਨਾਂ ਤੋਂ ਇੱਕ ਕੋਰਟ ਦਾ ਰਾਈਟ ਵੀ ਖੋਹ ਲਿਆ ਇਸ ਕਾਨੂੰਨ ਨੇ ਕਿਸਾਨਾਂ ਤੋਂ। ਉੱਤੋਂ ਜਿਹੜਾ ਇਹਨਾਂ ਦਾ ਕੰਟਰੈਕਟ ਹੈ, ਅਗਰ ਮੈਂ ਮੇਰੇ ਇਲਾਕੇ ਦੀ ਗੱਲ ਕਰਾਂ ਤਾਂ ਉੱਥੇ ਅਸੀਂ ਇਹਦਾ ਇੱਕ ਬਹੁਤ ਬਿਹਤਰੀਨ ਐਗਜ਼ਾਮਪਲ ਦੇਖ ਵੀ ਚੁੱਕੇ ਹਾਂ। ਉੱਥੇ ਇੱਕ ਕਿਸਾਨ ਨੇ ਪਹਿਲਾਂ ਇੱਕ ਕੰਪਨੀ ਨਾਲ ਕੰਟਰੈਕਟ ਕਰਕੇ ਐਸੇ ਹੀ ਤਰ੍ਹਾਂ ਦਾ ਜਿੱਦਾਂ ਦਾ ਹੁਣ ਸਰਕਾਰ ਲੈ ਕੇ ਆਈ ਹੈ ਪ੍ਰੋਜੈਕਟ, ਉੱਦਾਂ ਦਾ ਉੱਥੇ ਹੋ ਚੁੱਕਿਆ ਹੈ। ਅੱਜ ਉਹ ਕਿਸਾਨ ਜਿਹੜਾ 2-3 ਮਰਬਿਆਂ ਦਾ ਮਾਲਕ ਸੀਗਾ, ਅੱਜ ਖੂਨ ਦੇ ਅਥਰੂ ਰੋ ਰਿਹਾ ਹੈ ਕਿਉਂਕਿ ਕੰਟਰੈਕਟ ਕਰਕੇ ਕੰਪਨੀ ਲੋਨ ਲੈ ਕੇ ਫਰਾਰ ਹੋ ਗਈ, ਕਿਸਾਨ ਰੋਣ ਜੋਗਾ ਰਹਿ ਗਿਆ। ਸੋ ਕੀ ਮੰਗ ਕੀ ਕਰੋਗੇ ਸਰਕਾਰਾਂ ਨੂੰ? 26 ਤਰੀਕ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਖੋਰਾ ਵੀ ਲੱਗਿਆ ਹੈ ਇਸ ਅੰਦੋਲਨ ਨੂੰ, ਉਸ ਤੋਂ ਬਾਅਦ ਤੁਸੀਂ ਫੇਰ ਅੱਜ ਇੱਥੇ ਪਹੁੰਚੇ ਹੋ, ਕੀ ਸਮਝਦੇ ਹੋ ਕਿ ਅੱਗੇ ਆਉਣ ਵਾਲਾ ਜਿਹੜਾ ਇਹਦਾ ਕਿਹੜਾ ਪੜਾਅ ਚੱਲੂਗਾ, ਕਿੰਨਾ ਕੁ ਮਜ਼ਬੂਤ ਹੋਊਗਾ ਜਾਂ ਕਦੋਂ ਤੱਕ ਹੱਲ ਹੋਊਗਾ? ਐਕਚੁਅਲੀ ਸਰ ਲੋਕ ਕਹਿੰਦੇ ਆ ਤਾਨਾਸ਼ਾਹੀ ਸਰਕਾਰ, ਪਰ ਮੈਂ ਜ਼ਿਆਦਾ ਕਹਿ ਰਹੀ ਹਾਂ ਕਿ ਤਾਨਾਸ਼ਾਹੀ ਨਹੀਂ, ਇਹ ਇੱਕ ਕਾਇਰ ਸਰਕਾਰ ਆ, ਕਿਉਂਕਿ ਇਹ ਜਿਹੜੀਆਂ ਗਿੱਦੜ ਧਮਕੀਆਂ ਜਾਂ ਇਹ ਡਰਨ ਵਾਲੇ ਕੰਮ ਕਾਇਰਾਂ ਦੇ ਹੁੰਦੇ ਆ, ਕਿਉਂਕਿ ਗੋਦੀ ਮੀਡੀਆ ਉੱਥੇ ਨਿਊਜ਼ ਚਲਾ ਰਿਹਾ ਜੀ ਤੇ ਸੜਕਾਂ ਦੇ ਕਿੱਲਾਂ ਲਾ ਦਿੱਤੀਆਂ ਗਈਆਂ, ਉੱਥੇ ਤਾਂ ਪੱਥਰਬਾਜ਼ੀ ਹੋ ਰਹੀ ਹੈ, ਲੋਕਲ ਜਨਤਾ ਜਾਗ ਚੁੱਕੀ ਹੈ, ਹੁਣ ਉੱਥੋਂ ਕਿਸਾਨਾਂ ਨੂੰ ਖਦੇੜੂਗੀ, ਟੈਂਟ ਪੱਟੇ ਜਾ ਰਹੇ ਆ, ਇਹ ਚੀਜ਼ਾਂ ਸਿਰਫ ਇੱਕ ਕਾਇਰ ਬੰਦਾ ਕਰ ਸਕਦਾ। ਤੇ ਸਰਕਾਰ ਆਪਦੇ ਨਕੰਮੇ ਕੰਮ ਸ਼ੁਰੂ ਕਰ ਚੁੱਕੀ ਹੈ। ਸੋਸ਼ਲ ਮੀਡੀਆ ਇਹਨਾਂ ਨੇ ਬੰਦ ਕਰਤਾ, ਇੱਥੋਂ ਇੰਟਰਨੈਟ ਬੰਦ ਕਰਕੇ, ਕਿਉਂਕਿ ਉਹ ਬਿਹਤਰੀਨ ਜ਼ਰੀਆ ਸੀਗਾ ਇੱਕ ਲੋਕਾਂ ਨੂੰ ਜਾਗਰੂਕ ਕਰਨ ਦਾ, ਜਿਹਦੇ ਨਾਲ ਯੁਵਾ ਜੁੜੇ ਹੋਏ ਆ ਜ਼ਿਆਦਾ। ਮੈਂ ਇੱਥੋਂ ਜਦੋਂ ਵੀ ਜਾਊਂਗੀ, ਮੈਂ ਇੱਥੋਂ ਇਹੀ ਸੰਕਲਪ ਲੈ ਕੇ ਗਈ ਹਾਂ ਕਿ ਚੱਲੂੰਗੀ ਕਿ ਉੱਥੇ ਜਾ ਕੇ ਵੀ ਮੈਂ ਸੋਸ਼ਲ ਮੀਡੀਆ ਦੇ ਥਰੂ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨਾ, ਤੇ ਮੈਂ ਆਪਦਾ ਇੱਥੋਂ ਅਗਰ ਅਸੀਂ ਤੰਬੂ ਜਗਦੇ ਹਾਂ ਤਾਂ ਸੋਸ਼ਲ ਮੀਡੀਆ ਤੇ ਗੱਡ ਲੈਣਾ ਤੇ ਲੋਕਾਂ ਨੂੰ ਜਾਗਰੂਕ ਕਰਨਾ। ਜੇ ਮੈਂ ਗੱਲ ਕਰਾਂ, ਤੁਸੀਂ ਕੱਲਿਆਂ ਨੇ ਇਹ BJP ਦਾ ਉਹਦਾ ਛੱਡਿਆ ਹਨੂਮਾਨਗੜ੍ਹ ਤੋਂ, ਜਾਂ ਤੁਹਾਡੇ ਨਾਲ ਹੋਰ ਵੀ ਕਈ ਲੋਕ ਸੀ, ਕਈ ਮਹਿਲਾਵਾਂ ਸੀ, ਜਾਂ ਤੁਸੀਂ ਕੱਲਿਆਂ ਨੇ ਛੱਡਿਆ? ਸਰ ਅਗਰ ਮੈਂ ਅਹੁਦੇ ਦੀ ਗੱਲ ਕਰਾਂ ਤਾਂ ਸ਼ਾਇਦ ਮੇਰੇ ਨੌਲੇਜ 'ਚ ਮੈਂ ਹੀ ਛੱਡ ਕੇ ਆਈ ਹਾਂ, ਤੇ ਬਾਕੀ ਅਗਰ ਮੈਂ ਗੱਲ ਕਰਾਂ ਤਾਂ ਮੇਰੇ ਯੁਵਾ ਸਾਥੀ ਤੇ ਬਹੁਤ ਲੋਕ ਇਹੋ ਜਿਹੇ ਸੀਗੇ ਜਿਹੜੇ ਇੱਕ ਆਪਾਂ ਕਹਿ ਸਕਦੇ ਹਾਂ ਪੀੜ੍ਹੀਆਂ ਤੋਂ ਹੀ BJP ਨਾਲ ਜੁੜੇ ਹੋਏ ਸੀਗੇ। ਤੇ ਜੇ ਹੁਣ ਕਿਸਾਨੀ ਸੰਘਰਸ਼ਾਂ ਦੀ ਗੱਲ ਹੈ ਤਾਂ ਮੈਂ ਅਗਰ ਸੋਸ਼ਲ ਮੀਡੀਆ ਤੇ ਵੀ ਮੈਂ ਬਹੁਤ ਐਕਟਿਵ ਰਹਿੰਦੀ ਹਾਂ, ਮੇਰੀ ਬਹੁਤ ਵੱਡੀ ਪ੍ਰੋਫਾਈਲ ਆ, ਉਸ ਤੇ ਵੀ ਮੈਂ ਨੋਟ ਕਰਦੀ ਹਾਂ ਕਿ 90% ਲੋਕ ਕਿਸਾਨਾਂ ਦੇ ਨਾਲ ਆ ਤੇ 10% ਇਹਨਾਂ ਦੀ IT ਸੇਲ, ਉਹ ਤਾਂ ਵਿਚਾਰਿਆਂ ਦੀ ਡਿਊਟੀ ਉਹ ਬਜਾਈ ਜਾਂਦੇ ਆ। ਇਹੀ ਚੀਜ਼ ਰਹਿ ਗਈ ਹੈ ਜੀ। ਇਹ ਭਤੀਜਾ ਤੁਹਾਡਾ ਤੇ ਵੀਰ ਜੀ, ਕੀ नाम है? अभिजोत सिंह चैन। क्या? अभिजोत सिंह चैन। अभिजोत सिंह। कैसे आना हुआ यहाँ पे? क्यों आए हो? अपने हक के लिए, हक के लिए। अपने दादे परदादे की जमीनों के लिए। अपने दादे परदादे की जमीनों के लिए। कौन सी क्लास में? मैं 3rd क्लास में। 3rd क्लास में। हाँ जी। लगता है कि जमीनें मिल जाएंगी? जी कोशिश तो फुल है, मोदी को हम किसी साइड से भागने नहीं देंगे। अच्छा, जमीनें तो आपके पास ही है, वो किसने आपसे खोई हैं? वो तो किसी ने छीनी ही नहीं। जब बिल पास होएगा ना तब हो जाएगी। ਤੁਹਾਡਾ ਬੇਟਾ ਜੀ? ਹਾਂਜੀ ਬਾਈ ਜੀ। ਇਹ ਸਵਾਲ ਹੈ ਇਹਨਾਂ ਬੱਚਿਆਂ ਦੇ ਜ਼ਿਹਨ ਦੇ ਵਿੱਚ ਆਪਣੇ ਆਪ ਉੱਠਦੇ ਨੇ, ਜਾਂ ਤੁਸੀਂ ਇਹਨਾਂ ਨੂੰ ਇਹ ਗੱਲਾਂ ਸਿਖਾਈਆਂ ਨੇ? ਬਾਈ ਜੀ ਗੱਲਾਂ ਜਿਹੜੀਆਂ ਬਲੱਡ ਦੇ ਵਿੱਚ ਹੈ ਉਹ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਸਿਖਾਉਣ ਦੀ ਜ਼ਰੂਰਤ ਹੈਗੀ ਹੈ, ਠੀਕ ਹੈ। ਤੇ ਮੈਂ ਤਾਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੈਂ ਲਗਭਗ 12 ਤਰੀਕ ਤੋਂ ਇੱਥੇ ਹਾਂ ਤੇ ਮੈਂ ਤਾਂ ਇਹਨੂੰ ਮਿਲ ਵੀ ਨਹੀਂ ਪਾਇਆਗਾ।
ਇਹ ਕੱਲ ਆਏ ਹੈ ਤੇ ਕੱਲ ਅਸੀਂ ਇੱਧਰ ਉੱਧਰ ਤੁਸੀਂ 12 ਤਰੀਕ ਤੋਂ? ਹਾਂਜੀ 12 ਤਰੀਕ ਤੋਂ ਹੈ। ਤੇ ਤੁਸੀਂ ਸ਼ੁਰੂ ਵਿੱਚ ਇੱਕ ਕੁਐਸਚਨ ਕੀਤਾ ਸੀ ਬਾਈ ਜੀ ਕਿ ਤੁਸੀਂ ਤੁਹਾਡੇ ਰਾਜਸਥਾਨ ਦੀਆਂ ਜਿਹੜੀਆਂ ਟਰਾਲੀਆਂ ਉਸ ਬਾਰਡਰ ਤੇ ਖੜੀਆਂ। ਬਾਈ ਜੀ ਇੱਥੇ ਬਾਰਡਰਾਂ ਦੀ ਤਾਂ ਗੱਲ ਹੀ ਨਹੀਂ ਗੀ। ਇੱਥੇ ਆਈਏ ਸਿੰਘੂ ਆਈਏ ਸੌਰੀ ਕਿਤੇ ਵੀ ਆਈਏ ਹੈ ਨਾ, ਆਪਣਾ ਮਕਸਦ ਇੱਕ ਹੈ, ਠੀਕ ਹੈ। ਆਪਾਂ ਜਗ੍ਹਾ ਨੂੰ ਆਪਾਂ ਨਹੀਂ ਕਰ ਸਕਦੇ ਕਿ ਆਪਾਂ ਉੱਥੇ ਹੀ ਆਉਣਾ ਇੱਥੇ ਆਉਣਾ, ਜਿੱਥੇ ਵੀ ਆਓ ਪਰ ਸੰਘਰਸ਼ ਦੇ ਵਿੱਚ ਆਉਣਾ ਜ਼ਰੂਰੀ ਹੈ। ਜਗ੍ਹਾ ਤਾਂ ਆਪਣੇ ਲਈ ਮੈਟਰ ਨਹੀਂ ਕਰਦਾ ਗਾ, ਠੀਕ ਹੈ। ਰਹੀ ਗੱਲ ਬਾਈ ਹੋਣ ਦੀ ਲੜਾਈ ਹੈ ਤੇ ਮੈਂ ਤਾਂ ਇਨਕਰੇਜ ਕੀਤਾ ਸਿਸਟਰ ਨੂੰ। ਤਾਂ ਸਭ ਤੋਂ ਪਹਿਲਾਂ ਜਿਹੜੇ ਡਰ ਰਹੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਮੈਂ ਜਿਹੜੇ ਵੀ ਆਪਣੇ ਰਿਲੇਟਿਵਸ ਹੈ, ਆਪਣੇ ਫਰੈਂਡ ਸਰਕਲ ਹੈ, ਡਰ ਰਹੇ ਆ ਇੱਥੇ ਇਹ ਹੋ ਰਿਹਾ ਉਹ ਹੋ ਰਿਹਾ, ਤਾਂ ਮੈਂ ਤਾਂ ਦੱਸਣਾ ਚਾਹੂੰਗਾ ਕਿ ਆਪਾਂ ਸ਼ਰਮ ਨਾਲੋਂ ਮਰਨ ਨਾਲੋਂ ਚੰਗਾ ਗੋਲੀ ਖਾ ਕੇ ਮਰ ਲਈਏ। ਗੋਲੀ ਮਾਰੂਗਾ, ਗੋਲੀ ਦਾ ਡਰ ਦੇ ਰਿਹਾ ਜਾਂ ਕੁਝ ਕਰ ਰਿਹਾ, ਤਾਂ ਮੈਂ ਤਾਂ ਮੇਰੀ ਫੈਮਿਲੀ ਪੂਰੀ ਨੂੰ ਲੈ ਕੇ ਵੀਰੇ ਸਾਹਮਣੇ ਖੜਾ। ਮੇਰੀ ਸਿਸਟਰ ਹੈ, ਭਾਜੀ ਹੈ, ਦੂਸਰੇ ਭਾਜੀ ਹੈ। ਬਈ ਹੋਣ ਦੀ ਲੜਾਈ ਹੈ, ਬਸ ਹੋਣ ਦੀ ਲੜਾਈ ਦੇ ਵਿੱਚ ਕਿਤੇ ਵੀ ਪਿੱਛੇ ਨਹੀਂ ਹਟਣਾ ਚਾਹੁੰਦੇ। ਮਿਸਿਸ ਨੇ ਤੁਹਾਡੇ? ਸੁਖਦੀਪ ਕੌਰ। ਤੁਸੀਂ ਕਦੋਂ ਪਹੁੰਚੇ? ਤੁਸੀਂ ਅੱਜ ਪਹੁੰਚੇ? ਕੱਲ ਬਾਈ ਜੀ ਹੋਰਾਂ ਨੇ ਦੱਸਿਆ ਕਿ 12 ਤਰੀਕ ਦੇ ਉਰੇ ਨੇ ਤੇ ਤੁਸੀਂ ਇਹਨਾਂ ਨੂੰ ਬੁਲਾਉਣ ਦੀ ਬਜਾਏ ਖੁਦ ਉਰੇ ਆ ਗਏ। ਹਾਂਜੀ ਹਾਂਜੀ 26 ਤਰੀਕ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਵੀ ਆ ਰਹੀਆਂ ਨੇ, ਸਥਿਤੀ ਤਣਾਅਪੂਰਵਕ ਹੋਈ ਹੈ, ਤੇ ਤੁਹਾਨੂੰ ਨਹੀਂ ਲੱਗਦਾ ਕਿ ਘਰੇ ਜਾਣਾ ਚਾਹੀਦਾ ਇਹਨਾਂ ਨੂੰ ਉਰੇ? ਨਹੀਂ ਜੀ, ਅਸੀਂ ਵਾਪਸ ਜਿੱਤ ਕੇ ਹੀ ਜਾਵਾਂਗੇ। ਸਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਪ੍ਰਕਾਰ ਦੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਸੀਂ ਨਾਲ ਡਟੇ ਹਾਂ, ਸਾਡਾ ਬੱਚਾ ਸਾਰੀ ਫੈਮਿਲੀ ਨਾਲ ਹੈ। ਇਹ ਕੌਣ ਤੁਸੀਂ ਜੀ? ਨਾਲ ਹੀ ਨੇ? ਨਹੀਂ ਬੋਲਣਾ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਿਹੜਾ ਮੋਰਚਾ ਇੱਥੇ ਲੱਗਿਆ ਕਿਸਾਨ ਭਰਾਵਾਂ ਦਾ, ਹਰਿਆਣੇ ਦਾ ਤੇ ਪੰਜਾਬ ਦਾ, ਅਸੀਂ ਡਟ ਕੇ ਮੋਰਚਾ ਲਾਵਾਂਗੇ। ਭਾਵੇਂ ਸਾਡੇ ਸੀਸ ਕੱਟੇ ਜਾਣ। ਗੁਰੂ ਗੋਬਿੰਦ ਸਿੰਘ ਦੇ ਬੱਚੇ ਨੀਹਾਂ 'ਚ ਚਣਾਏ ਗਏ ਤੇ ਚਮਕੌਰ ਦੀ ਗੜੀ ਸ਼ਹੀਦੀ ਪਾ ਗਏ, ਤੇ ਅਸੀਂ ਉਰੇ ਸ਼ਹੀਦੀ ਪਾ ਜਾਵਾਂਗੇ, ਪਰ ਇਹ ਮੋਰਚਾ ਅਸੀਂ ਜਿੱਤ ਕੇ ਜਾਵਾਂਗੇ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ। ਸੋ ਇਹ ਸਨ ਹਨੂਮਾਨਗੜ੍ਹ ਤੋਂ ਆਇਆ ਇੱਕ ਪਰਿਵਾਰ ਜੋ ਬੀਜੇਪੀ ਦੇ ਅਹੁਦਿਆਂ ਨੂੰ ਛੱਡ ਕੇ ਇੱਥੇ ਪਹੁੰਚੀ ਹੈ। ਮੇਰੀ ਭੈਣ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ, ਤੇ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਆਪਣੇ ਹੱਕਾਂ ਦੀ ਜਿਹੜੀ ਰਾਖੀ ਕਰਨ ਆਏ ਹਾਂ, ਅਸੀਂ ਆਪਣੇ ਜ਼ਮੀਨਾਂ ਨੂੰ ਬਚਾਉਣ ਆਏ ਹਾਂ, ਤੇ ਅਸੀਂ ਆਪਣੇ ਹੱਕ ਵਾਪਸ ਲੈ ਕੇ ਮੁੜਾਂਗੇ। ਸੋ ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਜੱਸੀ ਨੇ। ਮੈਂ ਸ਼ਸ਼ਮ ਨਾਗਰਾ, ਧੰਨਵਾਦ।